गुड मॉर्निंग पंजाब। सत श्री अकाल जी सारिਆਂ ਨੂੰ। ਤੁਸੀਂ ਵੇਖ ਰਹੇ ਹੋ ਜੀ पंजाब हरियाणा हिमाचल ਤੇ ਤੁਹਾਡੇ ਨਾਲ मैं अमृता गर्ग। सब तो ਪਹਿਲਾਂ ਗੱਲ ਕਰਾਂਗੇ ਖਾਲਸਾ ਹੀ ਜਾਹੋ ਜਲਾਲ ਦੇ ਪ੍ਰਤੀਕ ਹੋਲਾ ਮਹੱਲਾ ਦੀ। ਤੇ ਹੁਣ ਹੋਲਾ ਮੁਹੱਲਾ ਦੀਆਂ ਰੌਣਕਾਂ ਵੇਖਣ ਨੂੰ ਮਿਲਣਗੀਆਂ क्योंकि आनंदगढ़ किले विखे 5 नगाड़े वजा के शुरुआत हो चुकी है। किरतपुर साहब दे विच 26 मार्च तक इस दी रौनकां वेखण नूं मिलियां ने ते 27 तो 29 मार्च तक श्री आनंदपुर साहब दे विच होला मुहल्ला दा त्योहार मनाया जाएगा। जाहिर है कि रौनकां जो लंबे समय तो लोड़ींदियां सी एक बार फिर देखण नूं मिलणगीਆਂ। ਅੱਜ ਸਮੁੱਚੇ ਖਾਲਸਾ ਪੰਥ ਵਾਸਤੇ ਬਹੁਤ ਹੀ ਖੁਸ਼ੀਆਂ ਭਰਿਆ ਦਿਹਾੜਾ ਹੈ ਤੇ ਅੱਜ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਵੱਲੋਂ ਬਖਸ਼ਿਸ਼ ਕੀਤਾ ਹੋਇਆ ਕੌਮੀ ਤਿਉਹਾਰ ਹੋਲਾ ਮੁਹੱਲਾ ਜੋ ਹਰ ਸਾਲ ਹੀ ਇਸ ਧਰਤੀ ਤੇ ਬਹੁਤ ਸ਼ਰਧਾ ਤੇ ਚਾਅ ਨਾਲ ਮਨਾਇਆ ਜਾਂਦਾ ਹੈ। ਹਰ ਸਾਲ ਦੀ ਤਰ੍ਹਾਂ ਅੱਜ ਨਗਾਰੇ ਵਜਾ ਕੇ ਜਿਹੜਾ ਆਨੰਦਗੜ੍ਹ ਸਾਹਿਬ ਜੀ ਤੋਂ ਹੋਲੇ ਮੁਹੱਲੇ ਦੀ ਆਰੰਭਤਾ ਕਰ ਦਿੱਤੀ ਗਈ ਹੈ। ਪ੍ਰਸ਼ਾਸਨ ਵੱਲੋਂ ਪ੍ਰਬੰਧ ਬਾਕੀ ਤਾਂ ਠੀਕ ਨੇ, ਬਸ ਜੋ ਪ੍ਰਸ਼ਾਸਨ ਵੱਲੋਂ ਜੇ ਇੱਕ ਹਊਆ ਖੜਾ ਕੀਤਾ ਗਿਆ ਕਰੋਨਾ ਦਾ, ਇਹ ਬਹੁਤ ਦੁੱਖ ਵਾਲੀ ਗੱਲ ਹੈ। ਜੇ ਤੇ ਸਾਰੇ ਹਿੰਦੁਸਤਾਨ ਵਿੱਚ ਹੋਵੇ, ਕੋਈ ਵੀ ਤਿਉਹਾਰ ਨਾ ਮਨਾਇਆ ਜਾਵੇ, ਕੋਈ ਇਲੈਕਸ਼ਨਾਂ ਨਾ ਹੋਣ, ਕੋਈ ਰੈਲੀਆਂ ਨਾ ਹੋਣ, ਫਿਰ ਤਾਂ ਗੱਲ ਠੀਕ ਕਿਸੇ ਹੱਦ ਤੱਕ ਮੰਨਣਯੋਗ ਹੈ। ਲੇਕਿਨ ਇਕੱਲਾ ਸਿੱਖਾਂ ਦੇ ਤਿਉਹਾਰਾਂ ਦੇ ਵੇਲੇ ਹੀ ਇਹ ਐਸਾ ਇੱਕ ਅਲਾਪ ਖੜਾ ਕਰ ਦੇਣਾ ਕਿ ਕਰੋਨਾ 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 ਜੋ ਇਹ ਬਹੁਤ ਮਾੜੀ ਗੱਲ ਹੈ। ਕਲਗੀਧਰ ਪਾਤਸ਼ਾਹ ਨੇ ਉਦੋਂ ਵੀ ਨਗਾਰੇ ਖੜਕਾ ਕੇ ਹੀ 5 ਕਿਲਿਆਂ ਦੇ ਵਿੱਚ ਨਗਾਰੇ ਖੜਕਾਏ ਗਏ ਤੇ ਹੋਲੇ ਮਹੱਲੇ ਦੀ ਆਰੰਭਤਾ ਕੀਤੀ। ਇਹ ਕੋਈ ਨਵੀਂ ਰਵਾਇਤ ਨਹੀਂ, ਇਹ ਰਵਾਇਤ ਕਲਗੀਧਰ ਪਾਤਸ਼ਾਹ ਦੇ ਸਮੇਂ ਤੋਂ ਚੱਲੀ ਆਉਂਦੀ ਹੈ। ਪਿਛਲੇ 18 ਸਾਲਾਂ ਤੋਂ ਕਿਲ੍ਹਾ ਆਨੰਦਗੜ੍ਹ ਸਾਹਿਬ ਦੇ ਇਸ ਦੀਵਾਨ ਹਾਲ ਦੇ ਵਿੱਚ ਹੀ ਵਜਾਏ ਜਾਂਦੇ ਨੇ। ਤੇ ਮੈਂ ਸਾਰੀਆਂ ਸਿੱਖ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਤੇ ਆਸ ਕਰਦਾ ਕਿ ਵੱਧ ਤੋਂ ਵੱਧ ਤਖਤ ਸ੍ਰੀ ਕੇਸਗੜ੍ਹ ਸਾਹਿਬ ਹੋਲੇ ਮਹੱਲੇ ਤੇ ਪਹੁੰਚੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ। श्री आनंदपुर साहब विखे होला मुहल्ला दीयां तैयारियां मुकम्मल हो गई ने। तख्त श्री केसगढ़ साहब के जथेदार ज्ञानी रघुवीर सिंह होरां ने तैयारियां बारे जानकारी भी दी। तो तस्वीरां तुहाडी टीवी स्क्रीन ते ने। संगतां दा हजूम इत्थे पहुंचना शुरू हो गया है। हालांकि इस दौरान कोविड दीयां तमाम हदायतां दी पालना जरूर की जाएगी, पर तैयारियां मुकम्मल कर लिया गई। ਸਾਡੇ ਨਾਲ ਮੌਜੂਦ ਨੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਾਹਿਬ, ਇਹਨਾਂ ਨਾਲ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਹੋਲਾ ਮਹੱਲਾ ਨੂੰ ਲੈ ਕੇ। ਹਰ ਸਾਲ ਹੀ ਖਾਲਸੇ ਦਾ ਕੌਮੀ ਤਿਉਹਾਰ ਹੋਲਾ ਮੁਹੱਲਾ ਇਸ ਸਥਾਨ ਤੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਬਹੁਤ ਚੜ੍ਹਦੀ ਕਲਾ ਵਿੱਚ ਬੜੀ ਸ਼ਰਧਾ ਭਾਵਨਾ ਨਾਲ ਸਮੁੱਚਾ ਖਾਲਸਾ ਪੰਥ ਮਨਾਉਂਦਾ ਹੈ। ਔਰ ਇਸ ਵਾਰ ਵੀ 24 ਮਾਰਚ ਤੋਂ 29 ਮਾਰਚ ਤੱਕ ਇਹ ਤਿਉਹਾਰ ਬਹੁਤ ਚੜ੍ਹਦੀ ਕਲਾ ਵਿੱਚ ਮਨਾਇਆ ਜਾ ਰਿਹਾ ਹੈ। ਔਰ ਸੰਗਤ ਦੀ ਆਮਦ ਨੂੰ ਮੁੱਖ ਰੱਖਦਿਆਂ ਹੋਇਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਭਾ ਸੁਸਾਇਟੀਆਂ, ਲੰਗਰ ਕਮੇਟੀਆਂ, ਸੰਪਰਦਾਵਾਂ, ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਵੱਲੋਂ ਜੋ ਤਿਆਰੀਆਂ ਹੁੰਦੀਆਂ ਨੇ ਉਹ ਸਾਰੀਆਂ ਮੁਕੰਮਲ ਕਰ ਲਈਆਂ ਗਈਆਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤ ਦੀ ਰਿਹਾਇਸ਼ ਵਾਸਤੇ, ਸੰਗਤ ਦੇ ਲੰਗਰ ਵਾਸਤੇ ਜੋੜੇ ਘਰ, ਗਠੜੀ ਘਰ, ਮੈਡੀਕਲ ਸਹੂਲਤਾਂ ਔਰ ਸੰਗਤ ਦੀ ਇੰਸ਼ੋਰੈਂਸ ਜਿਹੜੀ ਕੀਤੀ ਗਈ, ਬੀਮਾ ਕੀਤਾ ਗਿਆ, ਐਕਸੀਡੈਂਟਲ ਬੀਮਾ, ਉਹ ਸਾਰਾ ਕੁਝ ਜਿਹੜਾ ਉਹ ਮੁਕੰਮਲ ਕਰ ਲਿਆ ਗਿਆ। ਬਿਲਕੁਲ ਸੰਗਤ ਦੀ ਆਮਦ ਮੁੱਖ ਰੱਖ ਕੇ ਤਿਆਰੀ ਹੈ। ਅਗਰ ਕੋਈ ਦੁਰਘਟਨਾ ਹੋ ਜਾਂਦੀ ਹੈ, ਨਾ ਭਗਵਾਨ ਨਾ ਕਰੇ ਨਹੀਂ ਹੋਵੇ, ਤਾਂ ਕਿੰਨਾ ਬੀਮਾ ਜਿਹੜਾ ਸੰਗਤ ਦਾ ਜਿਹੜਾ ਕੀਤਾ ਗਿਆ? ਉਹ 1 ਲੱਖ ਰੁਪਏ ਤੱਕ ਦਾ ਬੀਮਾ ਜਿਹੜਾ ਸੰਗਤ ਵਾਸਤੇ, ਜਿੱਥੋਂ ਤੱਕ ਮੇਰਾ ਖਿਆਲ ਹੈ ਕਿ ਮੈਨੇਜਰ ਸਾਹਿਬ ਨੂੰ ਇਹਦੇ ਬਾਰੇ ਪੂਰਾ ਪਤਾ ਹੈ, ਲੇਕਿਨ ਹੋ ਚੁੱਕਾ ਹੈ ਇਹ ਸਾਰਾ ਕੁਝ। ਐਕਸੀਡੈਂਟਲ ਬੀਮਾ, ਡੈਥ ਬੀਮਾ, ਉਹ ਸਾਰਾ ਮੁਕੰਮਲ ਹੋ ਚੁੱਕਾ ਹੈ। ਤੇ ਜੋ ਵੀ ਰੱਬ ਕਰੇ ਕੋਈ ਐਸੀ ਘਟਨਾ ਨਾ ਵਾਪਰੇ, ਸਾਰੇ ਆਪਣੇ ਘਰਾਂ ਨੂੰ ਖੁਸ਼ੀ ਸੁੱਖ ਸ਼ਾਂਤੀ ਨਾਲ ਸਾਰੇ ਆਪ ਖੁਸ਼ੀ ਆਪਣੇ ਘਰ ਵਾਪਸ ਜਾਣ, ਪਰ ਇਹ ਸਾਰੇ ਪ੍ਰਬੰਧ ਜਿਹੜੇ ਮੁਕੰਮਲ ਕਰ ਲਏ ਗਏ ਨੇ। ਅਗਰ ਗੱਲ ਕੀਤੀ ਜਾਵੇ ਪ੍ਰਸ਼ਾਸਨ ਦੀ, ਤਾਂ ਪ੍ਰਸ਼ਾਸਨ ਵੱਲੋਂ ਵੀ ਜਿਹੜੀਆਂ ਤਿਆਰੀਆਂ ਮੁਕੰਮਲ ਨੇ। ਕਰੋਨਾ ਨੂੰ ਲੈ ਕੇ ਕਿਹਾ ਜਾ ਰਿਹਾ ਕਿ ਸੋਸ਼ਲ ਡਿਸਟੈਂਸ ਦਾ ਪਾਲਨ ਕਰੋ, ਮਾਸਕ ਦਾ ਇਸਤੇਮਾਲ ਕਰੋ, ਤੇ SGPC ਵੱਲੋਂ ਵੀ ਇਸ ਤਰ੍ਹਾਂ ਦੀ ਕੋਈ ਤਿਆਰੀਆਂ ਨੇ ਕਿ ਜਿਹੜਾ ਹੋਲਾ ਮਹੱਲਾ ਦੇ ਵਿੱਚ ਜਿਹੜਾ ਕਰੋਨਾ ਨੂੰ ਲੈ ਕੇ ਜਿਹੜਾ ਕਿਹਾ ਜਾ ਰਿਹਾ? ਬਿਲਕੁਲ ਹਾਂ, ਜੋ ਸਰਕਾਰ ਦੀਆਂ ਪ੍ਰੀਕਾਸ਼ਨ ਨੇ, ਉਹ ਹਦਾਇਤਾਂ ਹੋਈਆਂ ਨੇ, ਉਹਦੇ ਮੁਤਾਬਕ ਜੋ ਤਿਆਰੀਆਂ ਨੇ ਉਹ ਅਸੀਂ ਕਰ ਰਹੇ ਹਾਂ ਔਰ ਕੁਝ ਹੱਦ ਤੱਕ ਕਰ ਵੀ ਚੁੱਕੇ ਹਾਂ। ਬਾਕੀ ਸੰਗਤ ਨੂੰ ਬੇਨਤੀ ਹੈ ਕਿ ਸੰਗਤ ਭਰਵੀਂ ਸ਼ਮੂਲੀਅਤ ਕਰੇ। ਕਿਸੇ ਪ੍ਰਕਾਰ ਦੀ ਕੋਈ ਪ੍ਰਸ਼ਾਸਨ ਵੱਲੋਂ ਰੋਕ ਟੋਕ ਨਹੀਂ ਕੀਤੀ ਜਾਊਗੀ, ਲੇਕਿਨ ਆਪਣੀ ਸਿਹਤ ਦਾ ਖਿਆਲ ਰੱਖਦਿਆਂ ਹੋਇਆਂ ਮਾਸਕ ਦੀ ਵਰਤੋਂ ਜਾਂ ਸੈਨੀਟਾਈਜ਼ਰ ਦੀ ਵਰਤੋਂ ਜ਼ਰੂਰ ਕੀਤੀ ਜਾਏ। ਔਰ ਜਿਹੜੀਆਂ ਲੰਗਰ ਕਮੇਟੀਆਂ ਨੇ, ਲੰਗਰ ਕਮੇਟੀਆਂ ਜੋ ਲੰਗਰਾਂ ਦੀ ਸੇਵਾ ਸੰਗਤ ਕਰਦੀ ਹੈ,
ਇਹ ਜ਼ਰੂਰੀ ਬੇਨਤੀ ਹੈ ਕਿ ਪੋਲਿਊਸ਼ਨ ਦਾ ਖਿਆਲ ਰੱਖਿਆ ਜਾਏ ਤਾਂ ਕਿ ਪਲਾਸਟਿਕ ਦੀ ਵਰਤੋਂ ਹੋਲੇ ਮਹੱਲੇ ਵਿੱਚ ਨਾ ਕੀਤੀ ਜਾਏ। ਕੈਮਰਾਮੈਨ ਬਲਵਿੰਦਰ ਦੇ ਨਾਲ ਵਿਮਲ ਕੁਮਾਰ ਜੀ ਮੀਡੀਆ ਸ਼੍ਰੀ ਅਨੰਦਪੁਰ ਸਾਹਿਬ। उधर केंद्रीय गृह मंत्रालय ने भी कोविड ਨੂੰ ਲੈ ਕੇ ਨਵੀਆਂ ਗਾਈਡਲਾਈਨਸ ਜਾਰੀ ਕੀਤੀਆਂ ਨੇ। ਇਸ ਮੁਤਾਬਕ ਸੂਬਿਆਂ ਨੂੰ ਟੈਸਟ, ਟਰੈਕ ਤੇ ਟ੍ਰੀਟ ਪ੍ਰੋਟੋਕਾਲ ਦੀ ਸਖਤੀ ਨਾਲ ਪਾਲਣਾ ਕਰਨੀ ਹੋਏਗੀ। ਇਸ ਤੋਂ ਇਲਾਵਾ ਸਖਤੀ ਨੂੰ ਲੈ ਕੇ ਵੀ ਕਈ ਗਾਈਡਲਾਈਨਸ ਜਾਰੀ ਹੋਈਆਂ ਨੇ ਤੇ ਮਕਸਦ ਇੱਕ ਹੀ ਹੈ, ਕੋਵਿਡ ਦੇ ਖਿਲਾਫ ਜੋ ਲੀਡ ਬਣਾਈ ਗਈ ਹੈ ਉਹ ਕਾਇਮ ਰਹੇ। ਨਵੀਆਂ ਗਾਈਡਲਾਈਨਸ 1 ਅਪ੍ਰੈਲ ਤੋਂ 30 ਅਪ੍ਰੈਲ ਤੱਕ ਲਾਗੂ ਰਹਿਣਗੀਆਂ। ਸੋ ਕੇਂਦਰੀ ਗ੍ਰਹਿ ਮੰਤਰਾਲੇ ਨੇ ਵੀ ਨਵੀਆਂ ਗਾਈਡਲਾਈਨਸ ਕੁਝ ਜਾਰੀ ਕੀਤੀਆਂ ਨੇ, ਜਿਸ ਮੁਤਾਬਕ ਟਰੈਕ, ਟ੍ਰੀਟ ਦਾ ਜੋ ਪ੍ਰੋਟੋਕਾਲ ਹੈ ਉਸ ਨੂੰ ਫੋਲੋ ਕਰਨਾ ਹੋਏਗਾ। ਇਸ ਮੁਤਾਬਕ ਪਹਿਲਾਂ ਟੈਸਟ ਹੋਵੇ, ਫਿਰ ਉਸ ਦੀ ਟਰੈਕਿੰਗ ਹੋਵੇ, ਹਾਲਤ ਦੇ ਵਿੱਚ ਕਿੰਨਾ ਸੁਧਾਰ ਹੈ ਕਿੰਨਾ ਨਹੀਂ, ਤੇ ਫਿਰ ਉਸ ਨੂੰ ਪ੍ਰੋਪਰਲੀ ਟ੍ਰੀਟ ਕੀਤਾ ਜਾਏ। 1 ਅਪ੍ਰੈਲ ਤੋਂ ਮੁਲਕ ਭਰ ਦੇ ਵਿੱਚ ਕੋਰੋਨਾ ਵੈਕਸੀਨੇਸ਼ਨ ਦੇ ਤੀਜੇ ਗੇੜ ਦੀ ਵੀ ਸ਼ੁਰੂਆਤ ਹੋਣ ਜਾ ਰਹੀ ਹੈ। ਜਾਣਕਾਰੀ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਵੱਲੋਂ ਦਿੱਤੀ ਗਈ। 1 ਅਪ੍ਰੈਲ ਤੋਂ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਵੈਕਸੀਨ ਲੱਗੇਗੀ। ਰਜਿਸਟ੍ਰੇਸ਼ਨ ਉਹ ਕਰਵਾ ਸਕਦੇ ਨੇ। ਜਿਹੜੇ ਲੋਕ ਵੈਕਸੀਨ ਲਗਵਾ ਸਕਦੇ ਨੇ ਉਹ ਜ਼ਰੂਰ ਲਗਵਾਉਣ ਦੀ ਅਪੀਲ ਵੀ ਕੀਤੀ ਗਈ ਹੈ। ਪਰ ਨਾਲ ਹੀ ਇਹ ਵੀ ਸਾਫ਼ ਕਰ ਦਿੱਤਾ ਗਿਆ ਕਿ ਕੋਰੋਨਾ ਵੈਕਸੀਨੇਸ਼ਨ ਦਾ ਮਤਲਬ ਇਹ ਨਹੀਂ ਹੈ ਕਿ ਨਿਯਮਾਂ ਦੀ ਪਾਲਣਾ ਤੁਸੀਂ ਨਹੀਂ ਕਰਨੀ। ਅਗਲੇ ਕਰੀਬ 1.5 ਸਾਲ ਤੱਕ ਮਾਸਕ ਵੀ ਲਾਉਣਾ ਹੋਏਗਾ ਤੇ ਸੋਸ਼ਲ डिस्टेंसिंग भी अपनानी होगी। मंडल के बैठक में चर्चा हुई और विशेषज्ञों की सलाह, टास्क फोर्स का सलाह और वैज्ञानिक आधार पर 2 फैसले किए गए। पहला फैसला यह कि 1 अप्रैल के बाद 45 से ऊपर कोई भी हो जिसको बीमारी है या नहीं है, सबको वैक्सीन उपलब्ध होगा। सो फ्रॉम 1 अप्रैल एनीबडी who is over 45 age will get vaccination even though he has no comorbidities. उसके लिए उसे अब कोई दाखिला लाने की, सर्टिफिकेट लाने की जरूरत नहीं है। 45 उम्र है उसको मिलेगा, 45 से ऊपर। केंद्र सरकार के स्तर से किसी भी तरह के कोई इंस्ट्रक्शन लॉकडाउन की तरफ, पूरे लॉकडाउन नहीं, पार्शियल लॉकडाउन की तरफ कोई इंस्ट्रक्शन? केंद्र सरकार जिन राज्यों में विशेष ज्यादा केसेस आ रहे हैं उनसे लगातार संपर्क में है और उपाय पिछले साल सबने देखा है, तो इफेक्टिव मैनेजमेंट होगा और ये नहीं बढ़ेगा, ऐसे हमारी उम्मीद है। जो वैक्सीन के दरमियान ये पहले बताया था कि पहले डोज के बाद 4 या 6 सप्ताह में ही वैक्सीन लेना चाहिए, दूसरा डोज। लेकिन अब वैज्ञानिकों ने पाया है कि कोविशील्ड का डोज 4 से 8 सप्ताह के दरमियान लेना ठीक है, यानी 8 सप्ताह तक उसका अंतर बढ़ा सकते, उसका लाभ ही है। उधर मुख्यमंत्री कैप्टन अमरिंदर सिंह ने प्रधानमंत्री का धन्यवाद किया। दस दईए कि वैक्सीन ਨੂੰ ਲੈ ਕੇ मुख्यमंत्री ने ही अपील की थी कि 45 सालों तो ज्यादा उम्र वाले जो लोग ने उन्हां दी भी वैक्सीनेशन शुरू की जाए। केंद्र सरकार वालों इस नूं मान लिया गया। 1 अप्रैल तो तीजा गेड़ शुरू करने का फैसला किया गया ते हुण ये मंग भी एक बार फिर तो दोहराई गई है कि कीता मुताबक वैक्सीनेशन की प्रोसेस नूं फॉलो किया जाए। कैप्टन अमरिंदर सिंह ने कहा है कि नाजुक पेशे जिवें कि अध्यापक, जज, वकील, बस ड्राइवर ते कंडक्टर्स वर्गे जो लोग ने उन्होंने तरजीह देनी चाहिए है, क्योंकि लोग ज्यादातर लोगों के संपर्क च रहिंदे ने। सेहत मंत्री बलबीर सिंह सिद्धू होरां ने भी पंजाब दे विच तेजी नाल वध रही यूके स्ट्रेन ते चिंता जाहिर कीती ते सेहत विभाग वालों इस दे नाल नजिठण दे लई विदेशां तो आउण वालियां ते पाबंदी लगाउण, उन्हां दे एयरपोर्ट ते स्क्रीनिंग ते क्वारंटीन सेंटर्स बनाए जाण दी गल आखी। उन्हां ने कहा कि पिछले साल वांग इस साल भी हदायतां दी पालना लाजमी रहेगी। ਸਾਡੇ ਨਾਲ ਪੰਜਾਬ ਦੇ ਹੈਲਥ ਮਿਨਿਸਟਰ ਨੇ ਬਲਬੀਰ ਸਿੱਧੂ, ਉਹਨਾਂ ਤੋਂ ਜਾਣਦੇ ਹਾਂ ਕਿ ਇਹ ਸਟੱਡੀ ਕੀ ਹੋਈ ਹੈ ਤੇ ਕਿਸ ਤਰ੍ਹਾਂ ਦਾ ਯੂਕੇ ਸਟ੍ਰੇਨ ਇਹਦੇ ਵਿੱਚ ਪਾਇਆ ਜਾ ਰਿਹਾ ਹੈ ਤੇ ਕਿੰਨਾ ਖਤਰਨਾਕ ਸਾਬਿਤ ਹੋ ਸਕਦਾ ਹੈ। ਇਹ ਜਦੋਂ
ਪਿੱਛੇ ਜੇ ਬਹੁਤ ਸਾਡਾ ਕੋਵਿਡ ਕਾਫੀ ਡਾਊਨ ਆ ਗਿਆ ਸੀ। ਉਸ ਤੋਂ ਬਾਅਦ ਲੋਕਾਂ ਦੇ ਵਿੱਚ ਜਿਹੜਾ ਦਾ ਖੌਫ ਵੀ ਬਹੁਤ ਘਟ ਗਿਆ ਸੀ ਤੇ ਲੋਕਾਂ ਨੇ ਆਪਣੀ ਜਿਹੜੀ ਜ਼ਿੰਦਗੀ ਆ ਆਮ ਦੀ ਤਰ੍ਹਾਂ ਜਿਉਣੀ ਸ਼ੁਰੂ ਕਰ ਦਿੱਤੀ ਸੀ। ਪਰ ਇਸੇ ਦੌਰਾਨ ਇੱਕ ਐਸਾ ਵਾਇਰਸ ਦੁਬਾਰਾ ਡਿਵੈਲਪ ਹੋਇਆ ਜਿਹਨੇ ਬਹੁਤ ਤੇਜ਼ੀ ਨਾਲ ਸਾਡੇ ਪੰਜਾਬ ਨੂੰ ਆਪਣੀ ਗ੍ਰਿਫਤ ਦੇ ਵਿੱਚ ਲਿਆ। ਜਿਹੜੇ ਸਾਡੀ ਪੋਜ਼ਿਟਿਵਿਟੀ ਸੀ ਉਹ ਦਿਨਾਂ 'ਚ ਹੀ 200 400 500 1000 ਤੇ ਹੌਲੀ ਹੌਲੀ 26 2700 ਤੱਕ ਪਹੁੰਚ ਗਈ। ਔਰ ਜਿਹੜਾ ਮੌਤਾਂ ਦਾ ਅੰਕੜਾ ਸੀ ਉਹ ਵੀ ਜਿਹੜਾ ਤਕਰੀਬਨ ਕਾਫੀ ਵੱਡੀ ਪੱਧਰ ਤੇ 38 44 58 ਇਸ ਤੱਕ ਪਹੁੰਚ ਗਿਆ। ਤਾਂ ਅਸੀਂ ਉਹਦੇ ਸਾਡੇ ਜਿਹੜੀਆਂ ਲੈਬਸ ਸੀਗੀਆਂ, ਲੈਬਸ ਦੇ ਵਿੱਚੋਂ ਜਿਹੜੇ ਅਸੀਂ ਇਹ ਜਾਣਨਾ ਚਾਹਿਆ ਵੀ ਇੰਨਾ ਕਿਉਂ ਇਹ ਭਿਆਨਕ ਰੂਪ ਅਖਤਿਆਰ ਕਰ ਰਿਹਾ। ਤੇ ਸਾਡੀ ਜਿਹੜਾ ਡਿਪਾਰਟਮੈਂਟ ਦੇ ਐਡਵਾਈਜ਼ਰ ਨੇ ਮਿਸਟਰ ਕੇ ਤਲਵਾਰ ਤੇ ਪਲੱਸ ਉਹ ਸਾਰਿਆਂ ਨੇ ਤੇ ਬੜੀ ਚਿੰਤਾ ਜ਼ਾਹਰ ਕੀਤੀ। ਸੀਐਮ ਸਾਹਿਬ ਵੱਲੋਂ ਬਕਾਇਦਾ BC ਕੀਤੀ ਗਈ ਸੀ ਔਰ ਬਕਾਇਦਾ ਫਿਰ 450 ਨਮੂਨੇ ਜਿਹੜੇ ਅਸੀਂ ਜਿਹੜਾ ਇੱਕ ਸੈਂਟਰ ਦੀ ਲੈਬ ਨੂੰ ਭੇਜੇ ਸੀਗੇ ਤੇ ਉਹਨਾਂ 'ਚੋਂ ਜਿਹੜੇ 326 ਨਮੂਨੇ ਸੀ ਉਹ UK ਜਿਹੜਾ ਵਾਇਰਸ ਸੀਗਾ ਉਹਦੇ ਪਾਏ ਗਏ, ਜਿਹੜਾ ਕਿ ਬੜਾ ਇੱਕ ਚਿੰਤਾ ਦਾ ਵਿਸ਼ਾ ਪਲੱਸ ਉਹ ਬੜਾ ਸਟਰੋਂਗ ਵਾਇਰਸ ਹੈਗਾ ਤੇ ਉਹਦਾ ਜਿਹੜਾ ਅਸਰ ਹੈ ਜਿੱਥੇ ਕਿਤੇ ਪਹਿਲਾਂ ਜਿਹੜਾ ਵਾਇਰਸ ਸੀਗਾ ਉਹਦੇ ਉੱਥੋਂ ਜਿੰਨੇ ਵੀ ਲੋਕ ਆ ਰਹੇ ਨੇ, ਜਿੰਨੇ ਵੀ ਪੈਸੇਂਜਰਸ ਉੱਥੋਂ ਆ ਰਹੇ ਨੇ, ਪੰਜਾਬੀ ਉੱਥੋਂ ਵਾਪਸ ਆ ਰਹੇ ਨੇ, ਉਹਨਾਂ ਦੇ ਵੀ ਟੈਸਟ ਕੀਤੇ ਪਹਿਲੀ ਗੱਲ ਤਾਂ ਜਿਹੜਾ ਬੰਦਾ ਕੋਈ ਜਹਾਜ਼ 'ਚ ਉੱਥੋਂ ਬੈਠੇਗਾ ਉਹ ਆਪਣਾ ਮੈਡੀਕਲ ਕਰਾ ਕੇ ਬੈਠੇਗਾ ਔਰ ਦੂਜੀ ਗੱਲ ਜਦੋਂ 에ਅਰਪੋਰਟ ਤੇ ਲੈਂਡ ਕਰੇਗਾ ਇਮੀਡੀਏਟ ਸਾਡੀ ਸਕਰੀਨਿੰਗ ਟੀਮ ਜਿਹੜੀ ਹੈਗੀ ਆ ਉਹਨਾਂ ਨੂੰ ਤੇ ਸਕਰੀਨ ਕਰੇਗੀ ਔਰ ਜਿਹੜੇ ਬੰਦੇ ਸਾਨੂੰ ਸਿੰਪਟਮ ਲੱਗੇਗਾ ਅਸੀਂ ਇਮੀਡੀਏਟਲੀ ਉਹਨਾਂ ਨੂੰ ਪਹਿਲੀ ਗੱਲ ਤਾਂ ਸਿੱਧੇ ਘਰ ਨਹੀਂ ਜਾਣ ਦਿਆਂਗੇ, ਉਹਨਾਂ ਨੂੰ ਕੁਆਰੰਟਾਈਨ ਸੈਂਟਰ ਦੇ ਵਿੱਚ ਭੇਜਾਂਗੇ। ਉਸ ਤੋਂ ਬਾਅਦ ਸੈਂਪਲ ਲੈ ਕੇ ਤੇ ਜਦ ਟੈਸਟ ਦਾ ਰਿਜ਼ਲਟ ਆਏਗਾ ਉਸ ਤੋਂ ਬਾਅਦ ਹੀ ਉਹਨਾਂ ਨਾਲ ਜਿਸ ਤਰ੍ਹਾਂ ਦਾ ਜੇ ਪੋਜ਼ਿਟਿਵ ਹੈ ਤਾਂ ਉਹਨਾਂ ਨੂੰ ਅਸੀਂ ਹਸਪੀਟਲਾਈਜ਼ ਕਰਾਂਗੇ ਤੇ ਜੇ ਉਹ ਨੈਗੇਟਿਵ ਹੈਗੇ ਨੇ ਤਾਂ ਫਿਰ ਉਹ ਆਪਣੇ ਘਰ ਜਾ ਕੇ ਕੁਆਰੰਟਾਈਨ ਕਰਨਗੇ ਆਪਣੇ ਆਪ। ਵੈਸੇ ਅਸੀਂ ਬਹੁਤ ਸਾਰੇ ਲੋਕਾਂ ਨੂੰ ਇਹ ਸੁਜੈਸਟ ਕਰਦੇ ਹਾਂ ਕਿ ਉਹ ਜਿੱਥੇ ਹੈਗੇ ਉੱਥੇ ਆਪਣੇ ਆਪ ਨੂੰ ਬਚਾ ਕੇ ਰੱਖਣ। ਜਿਹੜੇ ਇੰਡੀਆ 'ਚ ਨੇ ਉਹ ਇੰਡੀਆ 'ਚ ਸੇਫ ਰਹਿਣ, ਜਿਹੜੇ ਉੱਥੇ ਨੇ ਉੱਥੇ ਸੇਫ ਰਹਿਣ। ਕੈਮਰਾਮੈਨ ਪ੍ਰਮੋਦ ਨੇਕੀ ਦੇ ਨਾਲ ਨਿਤਿਕਾ ਮਹੇਸ਼, ਪ੍ਰੀਜ਼ੀ ਮੀਡੀਆ, ਚੰਡੀਗੜ੍ਹ। ਉਧਰ ਇੰਦਸ ਵਾਟਰ ਦੇ ਮੁੱਦੇ ਤੇ ਦੋਵਾਂ ਮੁਲਕਾਂ ਵਿਚਾਲੇ ਬੈਠਕ ਦਾ ਦੂਜਾ ਦਿਨ ਹੈ ਅੱਜ ਦਿੱਲੀ ਦੇ ਵਿੱਚ। ਭਾਰਤ ਤੇ ਪਾਕਿਸਤਾਨ ਵਿਚਾਲੇ ਬੈਠਕ ਲਗਾਤਾਰ ਜਾਰੀ ਹੈ। ਪਹਿਲੇ ਦਿਨ ਕਰੀਬ 7 ਘੰਟੇ ਤੱਕ ਬੈਠਕ ਚੱਲੀ, ਦੋਵਾਂ ਮੁਲਕਾਂ ਵਿਚਾਲੇ ਗੱਲਬਾਤ ਹੋਈ ਤੇ ਅੱਜ ਫੇਰ ਗੱਲਬਾਤ ਦਾ ਇਹ ਸਿਲਸਿਲਾ ਅੱਗੇ ਵਧਦਾ ਹੋਇਆ ਨਜ਼ਰ ਆਏਗਾ। ਸੋ ਸਿੰਧੂ ਜਲ ਨੂੰ ਲੈ ਕੇ ਵੰਡ ਦਾ ਮਾਮਲਾ ਦੋਵਾਂ ਮੁਲਕਾਂ ਵਿਚਾਲੇ ਇੱਕ ਵੱਡਾ ਮੁੱਦਾ ਮੁੱਢ ਤੋਂ ਹੀ ਰਿਹਾ ਹੈ। ਇੱਕ ਵਾਰ ਫੇਰ ਤੋਂ ਇਸ ਦੇ ਹੱਲ ਦੇ ਲਈ ਦੋਵਾਂ ਮੁਲਕਾਂ ਵਿਚਾਲੇ ਗੱਲਬਾਤ ਦਾ ਸਿਲਸਿਲਾ ਸ਼ੁਰੂ ਹੋਇਆ। ਦਿੱਲੀ ਵਿਖੇ ਭਾਰਤ ਪਾਕ ਦੇ ਅਧਿਕਾਰੀਆਂ ਦੀ ਬੈਠਕ ਜਾਰੀ ਹੈ। ਦੂਜਾ ਦਿਨ ਅੱਜ ਇਸ ਬੈਠਕ ਦਾ। ਪਹਿਲੇ ਦਿਨ ਦੀ ਗੱਲ ਕੀਤੀ ਜਾਏ ਤਾਂ ਕਰੀਬ 7 ਘੰਟੇ ਤੱਕ ਦੋਵਾਂ ਮੁਲਕਾਂ ਵਿਚਾਲੇ ਗੱਲਬਾਤ ਚੱਲੀ ਹੈ। ਖਬਰਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਤੇ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਰੁਕਣਾ, ਫੌਰਨ ਹਾਜ਼ਰ ਹੋਵਾਂਗੇ।